मैं कल दस्सिया सीगा भी जिहड़ी एनर्जी आ इलैक्ट्रॉन दी हाइड्रोजन एटम दे विच ਉਹ ਆ ਹੁੰਦੀ ਆ। ठीक है, ਇਹ टोटल एनर्जी आ इलैक्ट्रॉन दी -13.6 बाय n स्क्वायर इलैक्ट्रॉन वोल्ट। इन्नी वैल्यू नू फिलहाल ਲਈ ਤੁਸੀਂ याद रखो, ये थोड़ी हेल्प करूगी क्वेश्चन करन च। n कौन आ मैं ते थोड़ा जा दोबारा दसदा, जो मैं दस दी पुत माड़ा जिन्हां नू है ना पुन्न वाला काम ही आ। ते मैं n दी वैल्यू जे 1 पुट करदा, ठीक है, n दी वैल्यू 1 पुट करदा तो इनू पुत असीं कहने आ ग्राउंड स्टेट, स्टेट कहना नाल, ठीक है, ग्राउंड स्टेट। n दी वैल्यू 2 पुट करना इनू कहने आ फर्स्ट एक्साइटेड स्टेट, ठीक है। n दी वैल्यू 3 पुट करना इनू असीं कहने आ सैकेंड एक्साइटेड स्टेट। आई n दी वैल्यू 4 n दी वैल्यू 5 पुट करी जावांगे। तो जे हुण तुसीं पहलां तां इत्थे कन्फ्यूजन बहुत हुंदी आ। n दी वैल्यू नूं असीं जिवें बोलदे आ उसे वे नाल पुट कर दिंदे आ। जिवें मैं तुहानूं कहना भी मोस्टली बच्चे की करदे ने n दी, जिवें मैं तुहानूं कहदा भी सैकेंड एक्साइटेड स्टेट, मैं जल्दी च बोलिया है ना भी सैकेंड एक्साइटेड स्टेट, तो सैकेंड एक्साइटेड स्टेट का मतलब तुसीं कहोगे n इज इक्वल टू 2, तो n दी वैल्यू एक वध होगी, n दी वैल्यू एक वध होगी एक्साइटेड स्टेट नालों। तो जे मैं सैकेंड एक्साइटेड स्टेट किया देखो तो n दी वैल्यू 3 आ, बस आ याद रखना, ठीक है। तो इस तरह एक्साइटेड स्टेट ने हुण इहदे विच मैं इत्थे बनाउणागा भी आ ग्राउंड स्टेट आ, ठीक है, आ हैगी आ फर्स्ट एक्साइटेड स्टेट, सैकेंड एक्साइटेड स्टेट, थर्ड, फोर्थ आए, ठीक है। ਜਿਹੜੀਆਂ एक्साइटेड स्टेट ने ये एक्चुअली की ने भी ਜਦੋਂ इलैक्ट्रॉन ਨੂੰ एनर्जी मिलती आ ਤਾਂ ਉਹ जंप करके अपना लैवल ਛੱਡ ਜਾਂਦਾ, ठीक है। ਜਿਵੇਂ कह लो भी ये बड़ी नैचुरल गल आ, अपने नाल भी हुंदी आ ते इन्हां नाल तां चलो हो ही रही आ। जिवें सपोज करो तुसीं भी हो मैं आ, आपां नूं कितों एडिशनल मनी मिल जे तां आपां ਉਹਨੂੰ स्पेंड करने लई नाल दी नाल भज्जांगे, ठीक है, मन च रहूगा, राइट, भी आप जाने जाना गा, खर्चने खर्चने आई चली जाऊगा। तो उस ਜਦੋਂ तक वो खर्चते नहीं, ਹੁਣ रूल ये आ भी ਆਪਾਂ ਉੱਥੇ मैं ਤੁਹਾਨੂੰ ਉਦੋਂ भी ਦੱਸਿਆ ਸੀ ਆਪਾਂ ਰੀਜ਼ਨਿੰग ਕਰ ਸਕਦੇ ਹਾਂ ਵੀ ਆਪਾਂ ਉਹਨੂੰ ਕਹਾਂਗੇ ਵੀ ਅੱਧੇ ਹੁਣ ਖਰਚ ਲੱਗ ਗਏ ਕਦੇ ਕੰਮ ਆ ਜਾਣਗੇ, ਪਰ ਜਿਹੜੇ ਇਲੈਕਟ੍ਰੋਨ ਨੇ ਇਹਨਾਂ ਨੂੰ ਸਿਮੈਟ੍ਰਿਕਲੀ ਮੰਨਣਾ ਪੈਂਦਾ। ਤਾਂ ਜਿਹੜੀ ਇਹਨਾਂ ਨੂੰ એનર્ਜੀ ਮਿਲੀ ਆ ਉਹ ਇਹਨਾਂ ਨੂੰ ਵਾਪਸ ਕਰਨੀ ਪੈਂਦੀ ਆ। ਜਦੋਂ ਤੱਕ ਇਹ ਵਾਪਸ ਨਹੀਂ ਕਰਦੇ ਇਹ ਆਪਣੇ ਘਰੇ ਵਾਪਸ ਨਹੀਂ ਆ ਸਕਦੇ। ਇਹਨਾਂ ਨੇ ਆਪਣੇ ਘਰੇ ਵਾਪਸ ਆਉਣਾ, ਇਹ रूल आ, ਇਹ लॉ आ, ठीक है। तो इस करके ਜਿਹੜਾ लॉ आगा ਹੁਣ उस लॉ ਨੂੰ ਇਹ डिसोबे नहीं करनगे, राइट। तो ਜਿਹੜੀ ਇੱਥੇ सिचुएशन आ ਉਹ है भी अपने कोल ਇਹ एक्साइटेड स्टेट ਦੀਆਂ वैल्यूज ਹੋਣਗੀਆਂ। ਉਹ वैल्यूज ਕਿਵੇਂ ਨਿਕਲਣਗੀਆਂ, ਜਿਵੇਂ ਮੈਂ ਤੁਹਾਨੂੰ ਕਹਾਂ ਵੀ ਇਹ ਹੈਗਾ n इज इक्वल टू 1, आ n इज इक्वल टू 2 आ, ते आ 3 आ 4 आ 5 आ। ਤੇ ਮੈਂ ਵੈਲਿਊਜ਼ ਕੱਲ ਕੱਢ ਕੇ ਦਿਖਾਈਆਂ ਸੀ, ਪਰ ਤੁਸੀਂ ਉਹ ਵੈਲਿਊਜ਼ ਹੁਣ ਕੈਲਕੂਲੇਟਰ ਦੀ ਹੈਲਪ ਨਾਲ ਕੱਢ ਸਕਦੇ ਹੋ। ਇਸ ਫਾਰਮੂਲੇ 'ਚ ਪੁੱਟ ਕਰਨਾ ਕਿਹਨੂੰ, n ਦੀ ਵੈਲਿਊ ਨੂੰ 1 ਪੁੱਟ ਕਰੋਗੇ ਤਾਂ ਦੇਖੋ n ਦੀ ਵੈਲਿਊ 1 ਪੁੱਟ ਕਰੋ ਤਾਂ -13.6 ਆ ਗਿਆ। n ਦੀ ਵੈਲਿਊ ਜਦੋਂ 2 ਪੁੱਟ ਕਰੋਗੇ -3.4 ਇਲੈਕਟ੍ਰੋਨ ਵੋਲਟ, 45 ਸੀਗਾ ਮੇਰੇ ਖਿਆਲ, ठीक है। n ਦੀ ਵੈਲਿਊ 3 ਪੁੱਟ ਕਰੋਗੇ, ਜਦੋਂ n ਦੀ ਵੈਲਿਊ 3 ਪੁੱਟ ਕਰੋਗੇ ਤਾਂ n ਦੀ ਵੈਲਿਊ 3 ਪੁੱਟ ਕਰਨ ਨਾਲ -1.51 ਆ ਜਾਊਗਾ। n ਦੀ ਵੈਲਿਊ 4 ਪੁੱਟ ਕਰੋਗੇ -0.85 ਆ ਜਾਊਗਾ। n ਦੀ ਵੈਲਿਊ 5 ਪੁੱਟ ਕਰੋਗੇ -0.54, ठीक है, ਐਂ ਚੱਲੀ ਜਾਣਗੇ ਵੈਲਿਊਜ਼। ਹੁਣ ਇਹਨਾਂ ਦੇ ਵਿੱਚ ਜਦੋਂ ਇਲੈਕਟ੍ਰੋਨ ਉੱਪਰ ਨੂੰ ਜਾਊਗਾ, राइट, ਜਦੋਂ ਇਲੈਕਟ੍ਰੋਨ ਉੱਪਰ ਨੂੰ ਜਾਊਗਾ, मैं कहा भी ਜਦੋਂ ਤੁਸੀਂ शॉपिंग ਲਈ ਜਾਓਗੇ
ਤਾਂ ਜਦੋਂ ਤੁਸੀਂ ਸ਼ਾਪਿੰਗ ਲਈ ਜਾਓਗੇ ਤਾਂ ਤੁਹਾਡੇ ਕੋਲ ਕੁਝ ਹੋਣਾ ਤਾਂ ਹੀ ਸ਼ਾਪਿੰਗ ਲਈ ਜਾਓਗੇ, ਮਤਲਬ ਤੁਹਾਡੇ ਕੋਲ ਪਾਕਟ ਦੇ ਵਿੱਚ ਪੈਸੇ ਹੋਣੇ ਆ, ਰਾਈਟ। ਉਸੇ ਤਰ੍ਹਾਂ ਜੇ ਇਲੈਕਟ੍ਰੋਨ ਉੱਪਰ ਨੂੰ ਜਾ ਰਿਹਾ ਤਾਂ ਇਹਦਾ ਮਤਲਬ ਉਹਦੇ ਕੋਲ એનર્ਜੀ ਹੋਊਗੀ, ਤਾਂ ਜੇ ਉਹਦੇ ਕੋਲ એનર્ਜੀ ਹੋਊਗੀ ਇਹਦਾ ਮਤਲਬ ਉਹਨੇ એનર્ਜੀ ਅਬਜ਼ੌਰਬ ਕੀਤੀ ਆ। ਹਾਂ ਬੇਟੇ ਹਾਂ, ਲਗਾਈ ਹੋਈ ਆ, ਕੋਈ ਗੱਲ ਨਹੀਂ, ਮੈਂ ਕਰਤਾ ਸੀਗਾ। ਕਰਨ ਇਹ ਆ ਤੂੰ ਕੀਤਾ ਸੀ ਕੱਲ ਕਿ ਨਹੀਂ? ਨਹੀਂ ਕੀਤਾ ਹਨਾ। ਮੈਂ ਹਾਂ ਆ ਫਾਰਮੂਲਾ ਦੱਸ ਰਿਹਾ ਪੁੱਤ, ਇਹਦੇ ਵਿੱਚ ਨਾ ਮੈਂ ਆ એનર્ਜੀ ਆ ਇਲੈਕਟ੍ਰੋਨ ਦੀ ਹਾਈਡਰੋਜਨ ਐਟਮ ਦੇ ਵਿੱਚ, ਤਾਂ ਉਹਦੇ ਵਿੱਚ ਆਹ ਐਕਸਾਈਟਡ ਸਟੇਟ, ਗਰਾਊਂਡ ਸਟੇਟ ਨੇ। ਗਰਾਊਂਡ ਸਟੇਟ ਹੁੰਦੀ ਆ ਜਿਹੜੀ n ਦੀ ਵੈਲਿਊ 1 ਆ, ਠੀਕ ਹੈ। ਜਦੋਂ ਇਲੈਕਟ੍ਰੋਨ ਗਰਾਊਂਡ ਸਟੇਟ ਛੱਡ ਜਾਂਦਾ ਤਾਂ ਉਹਨੂੰ ਅਸੀਂ ਕਹਿੰਦੇ ਆ ਐਕਸਾਈਟਡ ਸਟੇਟ 'ਚ। ਐਕਸਾਈਟਡ ਸਟੇਟ ਦਾ ਮਤਲਬ ਕੀ ਆ? ਜਦੋਂ ਉਹ ਸੈਕੰਡ ਆਰਬਿਟ ਚਲਾ ਗਿਆ, ਫਿਰ ਥਰਡ ਆਰਬਿਟ ਚਲਾ ਗਿਆ, ਆਏ ਐਕਸਾਈਟਡ ਸਟੇਟ ਨੇ, ਠੀਕ ਹੈ। ਤਾਂ n ਦੀ ਵੈਲਿਊ 2 ਦਾ ਮਤਲਬ ਆ ਫਸਟ ਐਕਸਾਈਟਡ ਸਟੇਟ, n ਦੀ ਵੈਲਿਊ 3 ਦਾ ਮਤਲਬ ਆ ਸੈਕੰਡ ਐਕਸਾਈਟਡ ਸਟੇਟ। ਫਿਰ ਆਹ n ਦੀਆਂ ਜਿਹੜੀਆਂ ਵੈਲਿਊ ਸੀ 1 2 3 4 5 ਉਹ ਮੈਂ ਇੱਥੇ ਪੁੱਟ ਕਰਤੀਆਂ, ਪੁੱਟ ਕਰਕੇ ਉਹਦੇ ਨਾਲ ਆ ਵੈਲਿਊਜ਼ ਲਿਖਤੀਆਂ, ਸੋਲਵ ਕਰਕੇ ਇਹਨੂੰ ਸੋਲਵ ਕਰਕੇ ਆ ਵੈਲਿਊਜ਼ ਆ ਗਈਆਂ, ਠੀਕ ਹੈ। ਇੱਥੇ ਤੱਕ ਅਸੀਂ ਪਹੁੰਚੇ ਹੋਏ ਹਾਂ। ਤਾਂ ਜੇ ਹੁਣ ਇਲੈਕਟ੍ਰੋਨ ਉੱਪਰ ਨੂੰ ਜਾਊਗਾ ਇਹਦਾ ਮਤਲਬ ਆ ਉਹ એનર્ਜੀ ਅਬਜ਼ੌਰਬ ਕਰਕੇ ਗਿਆ, ਉੱਪਰੋਂ ਹੇਠਾਂ ਨੂੰ ਆਊਗਾ ਇਹਦਾ ਮਤਲਬ ਉਹ ਲੂਜ਼ ਕਰਕੇ ਆਇਆ, ਠੀਕ ਹੈ। ਤੁਸੀਂ ਸ਼ਾਪਿੰਗ ਕਰਕੇ ਆਓਗੇ ਤਾਂ ਤੁਸੀਂ ਪੈਸੇ ਦੇ ਕੇ ਆਓਗੇ, ਤੁਸੀਂ ਸ਼ਾਪਿੰਗ ਲਈ ਜਾਓਗੇ ਤਾਂ ਪੈਸੇ ਲੈ ਕੇ ਜਾਓਗੇ। ਦੋ ਗੱਲਾਂ ਨੇ, ਰੂਲ ਬੜਾ ਸਿੰਪਲ ਹੈ ਹਨਾ। ਤਾਂ ਤੁਹਾਨੂੰ ਯਾਦ ਹੋਊਗਾ ਵੀ ਕਦੋਂ ਉਹਨੇ એનર્ਜੀ ਅਬਜ਼ੌਰਬ ਕੀਤੀ ਆ, ਕਦੋਂ ਉਹਨੇ એનર્ਜੀ ਰਿਲੀਜ਼ ਕੀਤੀ ਆ। ਹੁਣ ਇਹ ਗੱਲ ਕਿਉਂ ਕਹਿਣਾ ਮੈਂ, ਜਿਵੇਂ ਤੁਹਾਨੂੰ ਕੁਐਸਚਨ ਆ ਗਿਆ ਵੀ ਇੱਕ ਇਲੈਕਟ੍ਰੋਨ ਆ, ਉਹਨੇ ਤੁਹਾਨੂੰ ਦਿਖਾਤਾ ਉਹਨੇ ਉੱਥੇ ਡਾਇਗਰਾਮ 'ਚ ਵੀ ਉਹਨੇ ਆਏ ਟ੍ਰਾਂਜੀਸ਼ਨ ਕੀਤੀ, ਠੀਕ ਹੈ। ਤਾਂ ਇਹ ਟ੍ਰਾਂਜੀਸ਼ਨ ਕੀ ਦੱਸ ਰਹੀ ਆ? ਉਹ ਹੇਠਾਂ ਨੂੰ ਆ ਰਿਹਾ। ਮੈਂ ਹੁਣ ਤੁਹਾਨੂੰ ਪੁੱਛਾਂ ਕਿ ਉਹਨੇ એનર્ਜੀ ਰਿਲੀਜ਼ ਕੀਤੀ ਹੈ ਜਾਂ ਅਬਜ਼ੌਰਬ ਕੀਤੀ ਆ? ਤਾਂ ਆਨਸਰ ਬੜਾ ਸਿੰਪਲ ਆ, ਕੀ ਕੀਤਾ ਉਹਨੇ? ਮੌਲ ਤੋਂ ਘਰੇ ਵਾਪਸ ਆ ਰਹੇ ਆ ਤਾਂ ਕੀ ਕਰਕੇ ਆਵਾਂਗੇ ਆਪਾਂ? ਲੂਜ਼ ਕਰਕੇ ਆਵਾਂਗੇ। ਤਾਂ એનર્ਜੀ ਰਿਲੀਜ਼ ਹੋਈ ਹੈ ਜਾਂ ਅਬਜ਼ੌਰਬ ਹੋਈ ਆ? ਰਿਲੀਜ਼ ਹੋਈ ਆ, ਗੁੱਡ। ਤਾਂ એનર્ਜੀ ਰਿਲੀਜ਼ ਹੋਈ ਆ, ਓਕੇ। ਮੈਂ ਹੁਣ ਤੁਹਾਨੂੰ ਪੁੱਛਾਂ ਵੀ ਕਿੰਨੀ એનર્ਜੀ ਰਿਲੀਜ਼ ਹੋਗੀ? ਤਾਂ ਕਿੰਨੀ એનર્ਜੀ ਰਿਲੀਜ਼ ਜਿਹੜੀ ਹੋਈ ਆ, ਤਾਂ ਉਹ ਫਾਰਮੂਲਾ ਆਹ ਜਿਹੜਾ ਥਰਡ ਪੋਸਟੂਲੇਟ ਸੀ ਉਹਦਾ ਯਾਦ ਕਰੋ, ਬੋਹਰਸ ਐਟੋਮਿਕ ਮਾਡਲ ਦਾ। ਤਾਂ ਉਹ ਥਰਡ ਪੋਸਟੂਲੇਟ ਇੱਥੇ ਯੂਜ਼ ਕਰਾਂਗੇ ਆਪਾਂ। ਕੀ ਆ? ਦੋਨਾਂ ਦੀ એનર્ਜੀ ਦਾ ਡਿਫਰੈਂਸ। ਤਾਂ ਮੈਂ ਹੁਣ ਇੱਥੇ h ਨਹੀਂ ਲਿਖਿਆ, ਆਹ ਦੋਨੋਂ ਵੈਲਿਊਜ਼ ਤਾਂ ਮਾਈਨਸ 'ਚ ਨੇ ਹਨਾ। ਤਾਂ ਮਾਈਨਸ ਦੇ ਚੱਕਰ 'ਚ ਨਹੀਂ ਪੈਣਾ, ਤੁਸੀਂ 3.45 ਦੇ ਵਿੱਚੋਂ 0.85 ਘਟਾ ਦਿਓ। ਮਤਲਬ ਆਏ ਨਾ ਦੇਖਿਓ ਵੀ -3.45 ਤਾਂ ਛੋਟੀ ਵੈਲਿਊ ਆ ਕਿਉਂਕਿ ਇੰਟੀਜਰ ਦੇ ਵਿੱਚ ਹੈ ਨਾ। ਜਦੋਂ ਆਪਾਂ ਸਬਟ੍ਰੈਕਟ ਕਰਾਂਗੇ ਤਾਂ ਤੁਸੀਂ ਸਿੱਧਾ ਸਬਟ੍ਰੈਕਟ ਕਰ ਦਿਓ। ਤਾਂ 3.45 ਦੇ ਵਿੱਚੋਂ 0.85 ਕਿਉਂਕਿ ਆਹ ਦੋ ਗੈਪ ਆ, ਤਾਂ 3.45 ਦੇ ਵਿੱਚੋਂ 0.85 ਨੂੰ ਜੇ ਮੈਂ ਸਬਟ੍ਰੈਕਟ ਕਰਦਾ ਤਾਂ 2.6 ਆਉਂਦਾ। ਤਾਂ ਜਿਹੜਾ 2.6 ਆਉਂਦਾ ਇੱਥੇ ਆਪਣੇ ਕੋਲ, ਤਾਂ ਮੈਂ ਲਿਖੂੰਗਾ 2.6 ਇਲੈਕਟ੍ਰੋਨ ਵੋਲਟ, ਠੀਕ ਹੈ। ਐਨੀ એનર્ਜੀ ਹੋ ਗਈ ਰਿਲੀਜ਼, ਓਕੇ। ਹੁਣ ਤੁਹਾਨੂੰ ਪੁੱਛ ਲਈ ਦੱਸੋ ਕਿਹੜੀ ਵੇਵਲੈਂਥ ਰਿਲੀਜ਼ ਹੋਈ ਆ, ਠੀਕ ਹੈ। ਹਾਊ ਮਚ ਇਜ਼ ਦਾ ਵੇਵਲੈਂਥ? ਲੈਟਸ ਸੇ ਆ ਗਿਆ ਹਾਊ ਮਚ ਇਜ਼ ਲੈਮਡਾ, ਕਿੰਨੀ ਲੈਮਡਾ ਰਿਲੀਜ਼ ਹੋਈ ਆ। ਤਾਂ ਹੁਣ ਵੇਵਲੈਂਥ ਕਿਵੇਂ ਕੱਢੋਗੇ? ਤਾਂ ਇਹਦੇ ਲਈ ਜਿਹੜਾ ਮੈਂ 7th ਯੂਨਿਟ ਤੁਹਾਨੂੰ ਕਰਵਾਇਆ ਹੋਇਆਗਾ, ਠੀਕ ਹੈ, ਯਾਦ ਕਰੋ। ਉਹ ਸੀ ਆਪਣੇ ਕੋਲ ਡਿਊਅਲ ਨੇਚਰ ਆਫ ਮੈਟਰ ਐਂਡ ਰੇਡੀਏਸ਼ਨ। ਉਹਦੇ 'ਚ ਅਸੀਂ ਇੱਕ ਫਾਰਮੂਲਾ ਕੀਤਾ ਸੀਗਾ 12400 ਵਾਲਾ, ਯਾਦ ਆ ਵੀ ਜੇ ਵੇਵਲੈਂਥ ਦਿੱਤੀ ਹੋਵੇ ਤਾਂ 12400 ਦੇ ਨਾਲ ਡਿਵਾਈਡ ਕਰਕੇ એનર્ਜੀ ਨਿਕਲੇਗੀ। ਤਾਂ ਉਹਦਾ ਉਲਟ ਵੀ ਕਰ ਸਕਦੇ ਆ, ਜੇ ਲੈਮਡਾ ਕੱਢਣਾਗਾ, ਠੀਕ ਹੈ, ਲੈਮਡਾ ਕੈਲਕੂਲੇਟ ਕਰਨਾ ਨੈਨੋਮੀਟਰ ਐਂਗਸਟ੍ਰੋਮ ਦੇ ਵਿੱਚ, ਤਾਂ 12400 ਦੇ ਨਾਲ ਤੁਸੀਂ એનર્ਜੀ ਨੂੰ ਵੀ ਡਿਵਾਈਡ ਕਰ ਸਕਦੇ ਹੋ। ਤਾਂ ਜੇ ਤੁਸੀਂ એનર્ਜੀ ਨੂੰ 12400 ਨਾਲ ਡਿਵਾਈਡ ਕਰ ਦੋਗੇ ਵੇਵਲੈਂਥ ਆਜੂ, ਵੇਵਲੈਂਥ ਨੂੰ 12400 ਨਾਲ ਡਿਵਾਈਡ ਕਰ ਦੋਗੇ એનર્ਜੀ ਆਜੂ, ਕਿਉਂਕਿ ਇੱਕ ਦੂਜੇ ਦੇ ਉਲਟ ਜਾਣੇ ਨੇ, ਇੱਥੇ ਆਉਣਗੇ E ਤੇ ਲੈਮਡਾ ਹਨਾ। ਤਾਂ ਇਸ ਕਰਕੇ ਇਹ ਆਨਸਰ ਆਲਰੇਡੀ ਐਂਗਸਟ੍ਰੋਮ ਚ ਆ ਜਾਊਗਾ, ਤਾਂ ਤੁਹਾਨੂੰ ਕੁਝ ਸੋਚਣ ਦੀ ਲੋੜ ਨਹੀਂ ਪੈਣੀ। ਤਾਂ ਹੁਣ 2.6 ਨੂੰ 12400 ਨਾਲ ਡਿਵਾਈਡ ਕਰ ਦੋ, ਦਾ ਆਨਸਰ ਇਜ਼ ਆਲਰੇਡੀ ਇਨ ਐਂਗਸਟ੍ਰੋਮ,
ठीक है। तो आ जी सिचुएशन आ मैं तुम दसी आ तो ये यूज होगी, ठीक है। तुसी उत्थे सिंपल इस मैथड ना कर सकते हो। हाँ जे तुहानू फ्रीकुएंसी आ गया कैलकुलेट करना फिर तुसी आ फार्मूला नहीं ला सकते क्योंकि लैम्बडा ली आ। फ्रीकुएंसी ਲਈ ਪਹਿਲਾਂ ਤਾਂ ਤੁਹਾਨੂੰ ਇਹਨੂੰ ਜਾਊਲ ਚ ਕਨਵਰਟ ਕਰਨਾ ਪਊ ਕਿਉਂਕਿ ਫ੍ਰੀਕੁਐਂਸੀ ਹਾਰਟਸ ਦੇ ਵਿੱਚ ਆਊਗੀ ਤਾਂ ਇਹ ਇਲੈਕਟ੍ਰੋਨ ਵੋਲਟ ਦੇ ਵਿੱਚ ਆ, ਠੀਕ ਹੈ। ਤਾਂ ਇਹ ਇਲੈਕਟ੍ਰੋਨ ਵੋਲਟ ਚ ਉਹ ਹਾਰਟਸ ਦੇ ਵਿੱਚ ਆ, ਇਸ ਕਰਕੇ ਤੁਹਾਨੂੰ h ਨਿਊ ਤੋਂ ਇਲੈਕਟ੍ਰੋਨ ਵੋਲਟ ਦੀ ਵੈਲਿਊ ਨੂੰ ਜਾਊਲ ਚ ਕਨਵਰਟ ਕਰਨਾ ਪਊ ਤਾਂ ਕਿ ਨਿਊ ਕੱਢ ਸਕੋ। ਤਾਂ ਉਹਦੇ ਲਈ ਕਿਵੇਂ ਕੈਲਕੂਲੇਟ ਕਰੋਗੇ, ਮੰਨ ਲਓ ਫ੍ਰੀਕੁਐਂਸੀ ਕੈਲਕੂਲੇਟ ਕਰਨਾ ਆ ਗਿਆ ਹਨਾ, h into new is equal to the 2.6 into इलेक्ट्रॉन वोल्ट। इलेक्ट्रॉन वोल्ट ਨੂੰ ਜਾਊ ਚ ਕਰਾਂਗੇ 1.6 into 10 raised power minus 19 ਕਿਉਂਕਿ ਇਲੈਕਟ੍ਰੋਨ ਵੋਲਟ ਦਾ ਮਤਲਬ ਆ ਵੀ ਜੇ ਆਪਾਂ ਕੂਲਮ ਨੂੰ ਦੀ ਵੈਲਿਊ ਉਹ ਚ ਇਲੈਕਟ੍ਰੋਨ ਦੀ ਵੈਲਿਊ ਨੂੰ ਵਾਪਸ ਪੁੱਟ ਕਰ ਦਿੰਦੇ ਆ ਜੋ ਕਿ 1.6 into 10 power minus 19 ਹੁੰਦੀ ਆ। h ਦੀ ਵੈਲਿਊ ਇਹ ਵੈਸੇ ਸਾਰੇ ਪਲੈਂਕਸ ਕਾਂਸਟੈਂਟ ਵਗੈਰਾ CBSE ਦੇ ਫਸਟ ਪੇਜ ਤੇ ਪੇਪਰ ਤੇ ਦਿੱਤੇ ਹੁੰਦੇ ਨੇ, ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਇਹਨਾਂ ਬਾਰੇ ਕੋਈ ਸੋਚਣ ਦੀ ਲੋੜ ਨਹੀਂ। ਬੋਲਜ਼ਮੈਨ ਕਾਂਸਟੈਂਟ ਦਿੱਤਾ ਹੁੰਦਾ, ਪਲੈਂਕਸ ਕਾਂਸਟੈਂਟ ਦਿੱਤਾ ਹੁੰਦਾ, ਸਾਰੀਆਂ ਵੈਲਿਊਜ਼ ਜਿੱਥੇ ਇੰਸਟਰਕਸ਼ਨ ਹੁੰਦੀਆਂ ਨੇ ਉਹ ਤੋਂ ਬਾਅਦ ਚੋਂ ਦਿੱਤੀਆਂ ਹੁੰਦੀਆਂ ਨੇ। ਤਾਂ ਇਸ ਕਰਕੇ ਇਹਨਾਂ ਨੂੰ ਯਾਦ ਰੱਖਣਾ ਜੇ ਨਹੀਂ ਵੀ ਪਊਗਾ ਤਾਂ ਵੀ ਚੱਲ ਜੂਗਾ। h ਦੀ ਵੈਲਿਊ 6.6 into 10 raised power minus 34 ਆ, ਉਹ ਡਿਵਾਈਡ ਕਰ ਦੋਗੇ ਯੂ ਵਿਲ ਗੈਟ ਨਿਊ ਤੇ ਫਿਰ ਥੋੜਾ ਆਨਸਰ ਆਊਗਾ ਫ੍ਰੀਕੁਐਂਸੀ ਦਾ, ਉਹ ਹਾਰਟਸ ਦੀ ਫਾਰਮ ਚ ਹੋਊਗਾ, ਠੀਕ ਹੈ, hz ਸਮਝੇ ਗੱਲ। ਤਾਂ ਇਸ ਤਰ੍ਹਾਂ ਕਰਕੇ ਉਹ ਆਨਸਰ ਇੱਥੋਂ ਯੂਜ਼ ਹੋ ਸਕਦਾ ਗਾ। ਤਾਂ ਆਹ ਤਾਂ ਸੀਗੀ ਸਿਚੁਏਸ਼ਨ ਵੀ ਜੇ ਤੁਹਾਨੂੰ એનર્ਜੀ ਨਹੀਂ ਵੀ ਦਿੱਤੀ ਉਹਨੇ ਟ੍ਰਾਂਜੀਸ਼ਨ ਦਿੱਤੀ ਤਾਂ ਤੁਸੀਂ ਲੈਮਡਾ ਕੱਢ ਸਕਦੇ ਹੋ, ਠੀਕ ਹੈ। ਪਹਿਲਾਂ એનર્ਜੀ ਦਾ ਡਿਫਰੈਂਸ ਕੱਢ ਲਓ ਸਬਟ੍ਰੈਕਟ ਕਰਕੇ ਸਿੰਪਲੀ, ਫਿਰ ਉਸ ਤੋਂ ਬਾਅਦ ਦੇ ਵਿੱਚੋਂ 12400 ਨਾਲ ਡਿਵਾਈਡ ਕਰ ਦਿਓ ਉਹਨੂੰ, ਔਂਗਸਟ੍ਰੋਮ ਚ ਆਨਸਰ ਆ ਜੂ। ਜੇ ਤੁਸੀਂ ਨੈਨੋਮੀਟਰ ਚ ਆਨਸਰ ਦੇਣਾ ਚਾਹੁੰਦੇ ਹੋ ਤਾਂ 1240 ਯੂਜ਼ ਹੋਊਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਆਹ ਵੈਲਿਊ ਜਿਹੜੀ ਆ ਇਹ ਉਦੋਂ ਆ ਜਦੋਂ ਮੈਂ ਤੁਹਾਨੂੰ ਕਿਹਾ ਫ੍ਰੀਕੁਐਂਸੀ ਜਿਹੜੀ ਆ ਤੁਸੀਂ ਹਰਟਸ ਦੇ ਵਿੱਚ ਕੈਲਕੂਲੇਟ ਕਰਨੀ ਹੋਵੇ ਤਾਂ ਉਸ ਟਾਈਮ ਤੁਹਾਨੂੰ ਆਹ ਸਿਚੁਏਸ਼ਨ ਯੂਜ਼ ਕਰਨੀ ਪਊਗੀ। ਸਕਰੀਨਸ਼ਾਟ ਲੈ ਲਓ ਤਾਂ ਕਿ ਫਿਰ ਅੱਗੇ ਵਧੀਏ। ਹੁਣ ਅੱਗੇ ਇੱਕ ਹੋਰ ਇੰਟਰਸਟਿੰਗ ਕੁਐਸਚਨ ਆ, ਉਹ ਕੀ ਆ, ਤੁਹਾਨੂੰ ਨੇ ਕਹਿਤਾ ਵੀ ਇੱਕ ਇਲੈਕਟ੍ਰੋਨ ਆ ਜਿਹੜਾ ਉਹ ਥਰਡ ਐਕਸਾਈਟਡ ਸਟੇਟ ਤੋਂ ਗਰਾਊਂਡ ਸਟੇਟ ਤੇ ਆ ਗਿਆ, ਠੀਕ ਹੈ। ਥਰਡ ਐਕਸਾਈਟਡ ਸਟੇਟ ਤੋਂ ਗਰਾਊਂਡ ਸਟੇਟ ਤੇ ਆ ਗਿਆ ਤਾਂ ਦੱਸੋ ਜਿਹੜਾ ਇਲੈਕਟ੍ਰੋਨ ਆ ਉਹ ਕਿੰਨੇ ਟਾਈਪ ਦੀ ट्रांजिशन करके आया होगा। तो हाउ many possible transitions ठीक है, किन्नियां ट्रांजिशन पॉसिबल होणगियां, ये क्वेश्चन है। हाउ मेनी ट्रांजिशंस आर पॉसिबल। ਤਾਂ ਹੁਣੇ ਜਦੋਂ ਆਪਾਂ ਗੱਲ ਕਰਦੇ ਆਂ ਵੀ ਹਾਊ ਮੈਨੀ ਟ੍ਰਾਂਜੀਸ਼ਨਸ ਆਰ ਪੋਸੀਬਲ ਤਾਂ ਮੈਂ ਪਹਿਲਾਂ ਤਾਂ ਤੁਹਾਨੂੰ ਕਰਕੇ ਦਿਖਾਉਣਾ ਮੈਨੂਅਲੀ, ਫਿਰ ਇਸ ਤੋਂ ਬਾਅਦ ਦੇ ਵਿੱਚੋਂ ਮੈਂ ਇੱਕ ਤੁਹਾਨੂੰ ਟ੍ਰਿਕ ਦਊਂਗਾ ਉਹਦੇ ਨਾਲ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ। ਤਾਂ ਪਹਿਲਾਂ ਤੇ ਦੇਖੋ ਵੀ ਥਰਡ ਤੋਂ ਗਰਾਊਂਡ ਤੇ ਆਉਣਾ, ਥਰਡ ਐਕਸਾਈਟਡ ਸਟੇਟ ਤੋਂ, ਤਾਂ ਸਭ ਤੋਂ ਪਹਿਲਾਂ ਬਣਾਵਾਂਗੇ ਗਰਾਊਂਡ ਸਟੇਟ, ਫਿਰ ਬਣਾਵਾਂਗੇ ਫਰਸਟ ਐਕਸਾਈਟਡ ਸਟੇਟ, ਫਿਰ ਬਣਾਵਾਂਗੇ ਸੈਕੰਡ ਐਕਸਾਈਟਡ ਸਟੇਟ ਤੇ ਫਿਰ ਬਣਾਵਾਂਗੇ ਥਰਡ ਐਕਸਾਈਟਡ ਸਟੇਟ। ਐਂ ਬਣ ਗਿਆ ਨਾ, ਰਾਈਟ। ਆ ਥਰਡ ਵਾਲੀ ਐਕਸਾਈਟਡ ਸਟੇਟ ਸੌਰੀ ਡਾਰਕ ਜੀ ਨਹੀਂ ਰਹੀ, ਇੱਕ ਮਿੰਟ ਲਓ, ਥਰਡ ਐਕਸਾਈਟਡ ਸਟੇਟ ਹੈ ਨਾ, ਇਸੇ ਤਰ੍ਹਾਂ ਬਣ ਗਈਆਂ ਗਰਾਊਂਡ ਫਸਟ ਸੈਕੰਡ ਥਰਡ, ਓਕੇ। ਤਾਂ ਹੁਣ ਆਪਾਂ ਲੱਭਣਾਗਾ ਵੀ ਕਿਹੜੇ ਕਿਹੜੇ ਢੰਗ ਨਾਲ ਇਲੈਕਟ੍ਰੋਨ ਉੱਪਰੋਂ ਹੇਠਾਂ ਪਹੁੰਚਿਆ ਹੋਊਗਾ। ਤਾਂ ਪਹਿਲਾ ਮੈਥਡ ਹੋ ਸਕਦਾ ਵੀ ਉਹ ਜਮਾ ਸਿੱਧਾ ਆ ਗਿਆ ਹੋਵੇ, ਰਾਈਟ, ਉਹਨੇ ਉੱਪਰੋਂ ਸਿੱਧੀ ਛਾਲ ਮਾਰੀ, ਓਕੇ, ਇਹ ਪੋਸੀਬਲ ਹੋ ਸਕਦਾ। ਦੂਜੀ ਗੱਲ ਹੈਗੀ ਆ ਵੀ ਉਹ ਪਹਿਲਾਂ ਤਾਂ ਇੱਥੋਂ ਇੱਥੇ ਆਇਆ ਹੋਊਗਾ, ਠੀਕ ਹੈ, ਫਿਰ ਇੱਥੋਂ ਇੱਥੇ ਆਇਆ ਹੋਊ ਪੌੜੀਆਂ ਉਤਰਦਾ, ਫਿਰ ਇੱਥੋਂ ਇੱਥੇ ਪਹੁੰਚਿਆ ਹੋਊਗਾ, ਠੀਕ ਹੈ। ਤੀਸਰੀ
इथों सीधा ए ते आया होगा, फिर आए गया हो। एक होर आ, पहला इथों इथे आया ਇਹਦੇ अकॉर्डिंग, फिर इथों सीधा इथे जंप किया होगा। राइट, यही पॉसिबिलिटीज बनदियां ने, चेक कर लो, खुद भी देख लो एक बारी। है ना, होर तो कोई नहीं रहिंदी। तो टोटल पॉसिबिलिटीज कितनी बन गई ਇਹਦੇ ਵਿੱਚ देखो, काउंट करके देखिया जाए जे ਆਪਾਂ 1 2 3 4 5 6 6 पॉसिबिलिटीज ने, है ना। हुण जे मैं तुहानू कहा भी आपां इनू एक होर मैथड ना कर सकते हैं, ठीक है, वो मैथड की आ भी तुसी आए तो मैं हुण तुहानू कह दूंगा भी 7वीं एक्साइटेड स्टेट तो आया इलैक्ट्रॉन, तो जे 7वीं एक्साइटेड स्टेट तो आया, देखो 2 लाइनां 3 होर उपर बन गई, तो इसका मतलब उतों तो तुसी करदे 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 पेपर च 10 मिनट तो इत्थे वेस्ट कर दोगे फाइंड आउट करदे, फिर एक अद्धी मिस होगी, गलती हो जू ना। तो आपां इहदे लई की करना, पॉसीबल नंबर ऑफ ट्रांजिशंस नू करन लई n, ए नंबर ऑफ पॉसीबल ट्रांजिशंस ने, आ फार्मूला n इंटू n माइनस 1 बाय 2। स्मॉल n कौन आ, स्मॉल n जिहड़ी एक्साइटेड स्टेट ने, तो हुण तुसीं इह च वैल्यू किहड़ी पुट करनी है, स्मॉल n दी। स्मॉल n दी वैल्यू जिहड़ी एक्साइटेड स्टेट तो वो आया, किहड़ी एक्साइटेड स्टेट तो आया, थर्ड तो, थर्ड एक्साइटेड स्टेट दे विच n दी वैल्यू कितनी हो, स्मॉल n दी, दसो। फोर, गुड। तो इसका मतलब 4 पुट करिए और 4 इंटू 4 माइनस 1 बाय 2, तो देखो सॉल्व करके 4 टाइम्स 3 बाय 2, 6 आ गया ना, है ना, सिंपल इजी। तो इस तरह करके तुसी पॉसिबल नंबर ऑफ ट्रांजिशंस नू फाइंड आउट कर सकते हो। ठीक है ना, तो ये मैथड जिहड़ा ये सीधा अप्लाई करना, तो तुहानूं उत्थे काउंट करने की लोड़ नहीं पैनी, स्क्रीनशॉट ले लो इसदा। एक मिनट, मैनू एक होर फार्मूला सोचन तो थोड़े बारे नाल ही। ਹੁਣ ਇੱਕ ਤੁਹਾਡੇ ਇੱਕ ਕੁਐਸਚਨ ਨੇ, ਉਹਦੇ 'ਚ ਤੁਹਾਡੇ ਜਿਹੜੀ ਤੁਹਾਡੇ ਕੋਲ ਐਗਜ਼ਾਮ ਹੋਣਗੇ ਪੁਰਾਣੇ ਪੇਪਰ, ਉਹਨਾਂ 'ਚ ਕੁਐਸਚਨ ਨੇਗੇ। ਇੱਕ ਮਿੰਟ, ਉਹ ਕੁਐਸਚਨ ਕੀ ਆ, ਉਹ ਇਸ ਤਰ੍ਹਾਂ ਦਿੱਤੇ ਹੁੰਦੇ ਨੇ। ਮੰਨ ਲਓ ਆਪਣੇ ਕੋਲ એનર્ਜੀ ਲੈਵਲ ਦਿੱਤੇ ਨੇ ਅਲੱਗ-ਅਲੱਗ ਆਏ, ਠੀਕ ਹੈ। ਉਹ ਵੈਲਿਊਜ਼ ਦੇ ਦੇਣ, ਜੇ ਮੈਂ ਤੁਹਾਨੂੰ ਕਹਿਦਾ भी इलैक्ट्रॉन जिहड़ा गा वो 0.54 तो 3.45 ते आ गया एक इलैक्ट्रॉन, ठीक है। इत्थे हैगा 0.85, ये हैगा गा -1.51,
ਤੇ ਇੱਥੇ ਜਿਹੜੀ ਆ ਉਹ ਹੈਗੀ ਆ ਉਹ ਸੌਰੀ ਇੱਕ ਮਿੰਟ -13.6। ਤਾਂ ਇਸ ਤਰ੍ਹਾਂ ਸਾਡੇ ਕੋਲ ਸਿਚੁਏਸ਼ਨ ਦਿੱਤੀ ਆ, ਉਹਦੇ 'ਚ ਉਹਨੇ ਇੱਕ ਟ੍ਰਾਂਜੀਸ਼ਨ ਆ ਦਿਖਾਈ ਆ, ਠੀਕ ਹੈ, ਇੱਕ ਟ੍ਰਾਂਜੀਸ਼ਨ ਆ ਦਿਖਾਈ ਆ, ਇੱਕ ਟ੍ਰਾਂਜੀਸ਼ਨ ਇਹ ਦਿਖਾਈ ਆ, ਇੱਕ ਟ੍ਰਾਂਜੀਸ਼ਨ ਆ ਦਿਖਾਈ ਹੋਈ ਆ। ਆਏ ਉਹਨੇ ਅਲੱਗ-ਅਲੱਗ ਟ੍ਰਾਂਜੀਸ਼ਨ ਦਿਖਾਤੀਆਂ A B C D, ਠੀਕ ਹੈ। ਤੇ ਇਹ એનર્ਜੀ ਦੇਤੀ। ਉਹਨੇ ਤੁਹਾਨੂੰ ਕਿਹਾ ਵੀ ਇਹਨਾਂ ਦੇ ਵਿੱਚੋਂ ਇੱਕ ਟ੍ਰਾਂਜੀਸ਼ਨ ਦੇ ਵਿੱਚ ਜਿਹੜੀ ਵੇਵਲੈਂਥ ਆ ਅਪਰੋਕਸੀਮੇਟਲੀ ਇੰਨੀ ਵੇਵਲੈਂਥ ਰਿਲੀਜ਼ ਹੋਈ ਆ ਇੱਕ ਦੇ ਵਿੱਚੋਂ, ਠੀਕ ਹੈ। ਤਾਂ ਜਿਹੜੀ ਇੱਕ ਵੇਵਲੈਂਥ ਇਹਦੇ ਵਿੱਚੋਂ ਰਿਲੀਜ਼ ਹੋਈ ਆ ਚਾਰਾਂ ਦੇ ਵਿੱਚੋਂ, ਆਹ ਵੇਵਲੈਂਥ ਇਹਨਾਂ ਚੋਂ ਕਿਹੜੀ ਟ੍ਰਾਂਜੀਸ਼ਨ 'ਚ ਹੋਈ ਆ ਰਿਲੀਜ਼? ਆਹ ਵੇਵਲੈਂਥ ਦਿੱਤੀ ਆ, ਆਹ ਚਾਰ ਟ੍ਰਾਂਜੀਸ਼ਨ ਦਿੱਤੀਆਂ ਨੇ A B C and D, ਤੇ ਉਹਨੇ ਪੁੱਛਿਆ ਦੱਸੋ A B C and D ਦੇ ਵਿੱਚੋਂ ਕਿਹਦੇ ਵਿੱਚ ਇਹ ਵੇਵਲੈਂਥ ਰਿਲੀਜ਼ ਹੋਈ ਆ। ਹੁਣ ਜੇ ਤੁਸੀਂ ਕਹੋ ਵੀ ਮੈਂ ਤੁਸੀਂ ਪਹਿਲਾਂ ਕੈਲਕੂਲੇਟ ਕਰਕੇ ਦੇਖੋ ਹਰ ਇੱਕ ਨੂੰ, ਵੀ ਪਹਿਲਾਂ A ਦਾ, ਫਿਰ B ਦਾ, ਫਿਰ C ਦਾ, ਫਿਰ D ਦਾ, ਰਾਈਟ। ਵੀ ਪਹਿਲਾਂ ਇਹਨਾਂ ਦੀ ਉਹੀ HC/λ ਵਾਲੇ ਫਾਰਮੂਲੇ ਨਾਲ એનર્ਜੀ ਕੈਲਕੂਲੇਟ ਕਰਕੇ ਦੇਖੀਏ ਲੈਮਡਾ, ਉਹ ਤਾਂ ਲੈਂਥ ਹੀ ਬਹੁਤ ਚਲਿਆ ਜਾਊਗਾ। ਤਾਂ ਕਿਉਂ ਨਾ ਮੈਂ ਸਿੱਧਾ ਇਸੇ ਫਾਰਮੂਲੇ ਨੂੰ ਯੂਜ਼ ਕਰਕੇ ਇਹਦੀ ਵੇਵਲੈਂਥ ਤੋਂ એનર્ਜੀ ਕੱਢ ਲਾਂ, ਵੀ ਇਹ ਵੇਵਲੈਂਥ ਕਿਹੜੀ એનર્ਜੀ ਤੋਂ ਬਣੀ ਹੋਊਗੀ। ਤਾਂ ਇਹਦੇ ਲਈ ਉਹੀ ਫਾਰਮੂਲਾ ਹੁਣ ਆਰਮਸਟਰੋਂਗ ਚ ਆ, ਰਾਈਟ, ਡਿਵਾਈਡਡ ਬਾਈ 4261.2, ਡਿਵਾਈਡ ਕਰਕੇ ਦੱਸਿਓ ਮੈਨੂੰ ਕਿੰਨਾ ਆਉਂਦਾ। ਕਰਿਓ ਪੁੱਤ ਡਿਵਾਈਡ। कैलकुलेटर कर लो यूज, 12,400, 2.90997, ओके। तो 2.909 ਇਹਦਾ ਮਤਲਬ 2 ਪੁਆਇੰਟ ਅਪਰੋਕਸੀਮੇਟਲੀ 2.91 ਹੋ ਗਿਆ ਨਾ, 09 ਨੂੰ ਆਪਾਂ ਰਾਉਂਡ ਆਫ ਕਰ ਲਈਏ ਜੇ, ਤਾਂ ਇੰਨੀ એનર્ਜੀ ਆ ਗਈ। ਹੁਣ 2.91 ਇਲੈਕਟ੍ਰੋਨ ਵੋਲਟ ਵਾਲਾ એનર્ਜੀ ਡਿਫਰੈਂਸ ਦੇਖ ਲਓ ਇਹਨਾਂ ਚੋਂ ਕਿਹੜਾ ਗਾ, ਠੀਕ ਹੈ। ਤਾਂ ਤੁਹਾਨੂੰ ਕੈਲਕੂਲੇਸ਼ਨ ਦੀ ਵੀ ਲੋੜ ਨਹੀਂ ਪੈਣੀ, ਕਿਉਂ? ਕਿਉਂਕਿ ਦੇਖੋ 0 ਜੇ ਆਪਾਂ ਦੇਖੀਏ B ਨੂੰ, B ਦੇ ਵਿੱਚ 3.45 ਤੇ 0.85 ਆ, ਓਕੇ। A ਦੇ ਵਿੱਚ 0.54 ਤੇ 3.45 ਆ। ਫਿਰ C ਦੇ ਵਿੱਚ ਤਾਂ 0.54 ਤੇ 13.6 ਆ। 13.6 ਵਾਲਾ ਤਾਂ ਆਉਣਾ ਹੀ ਨਹੀਂ, ਰਾਈਟ, ਕਿਉਂਕਿ 2.91 ਤਾਂ ਬਣਨਾ ਨਹੀਂ ਸਬਟ੍ਰੈਕਸ਼ਨ, ਓਕੇ। 13 ਦੇ ਵਿੱਚ 0.85, ਤਾਂ C ਆਪਸ਼ਨ ਗਈ, D ਆਪਸ਼ਨ ਗਈ, ਕਿਉਂਕਿ ਦੋਨਾਂ 'ਚ 13 ਆਉਂਦਾ ਗਾ। ਰਹਿ ਗਈ A ਤੇ B। ਹੁਣ ਤੁਸੀਂ ਦੇਖੋ A ਐਂਡ B ਦੇ ਵਿੱਚੋਂ ਕਿਹੜੀ ਪੋਸੀਬਲ ਬਣਦੀ ਆ। ਤਾਂ 2.9 ਵਾਲੀ ਆਪਸ਼ਨ ਤਾਂ ਆਹੀ ਬਣਦੀ ਆ, ਕਿਉਂਕਿ ਜੇ ਇਹਨੂੰ ਇਹਦੇ ਚੋਂ ਸਬਟ੍ਰੈਕਟ ਕਰੋਗੇ ਤਾਂ 2.5 ਦੇ ਨੇੜੇ ਆਊਗਾ, ਰਾਈਟ। ਦੈਟ ਮੀਨਸ A ਆਪਸ਼ਨ ਸਹੀ ਆ। ਤਾਂ A ਟ੍ਰਾਂਜੀਸ਼ਨ ਜਿਹੜੀ ਹੋਈ ਹੋਊਗੀ ਉਹਦੇ ਵਿੱਚ ਇਹ ਵੇਵਲੈਂਥ ਰਿਲੀਜ਼ ਹੋਈ ਆ, ਹੈ ਨਾ। ਈਜ਼ੀ ਕੰਮ ਕਰ ਲਓ ਕਲਿੱਕ। ਹੁਣ ਇਸ ਤਰ੍ਹਾਂ ਦੇ ਕੁਐਸਚਨ ਤੁਹਾਡੇ ਉਹਦੇ ਤੇ ਬਹੁਤ ਨੇ, ਬੁੱਕ ਤੇ ਦਿੱਤੇ ਹੋਏ। ਓਕੇ, ਤੇ ਹੁਣ ਜਿਹੜਾ ਨੈਕਸਟ ਪਾਰਟ ਆਪਣੇ ਕੋਲ ਰਹਿ ਗਿਆ ਇਹਦੇ ਵਿੱਚ, ਉਹ ਹੈਗਾ ਗਾ ਹਾਈਡਰੋਜਨ ਲਾਈਕ ਐਟਮ ਦੇ ਬਾਰੇ ਡਿਸਕਸ਼ਨ। ਕਿਉਂਕਿ ਹਾਈਡਰੋਜਨ ਲਾਈਕ ਐਟਮ ਦੇ ਵਿੱਚ ਇਲੈਕਟ੍ਰੋਨ ਤਾਂ ਇੱਕੋ ਹੀ ਆ, ਪਰ ਪ੍ਰੋਟੋਨ ਇੱਕੋ ਹੀ ਨਹੀਂ ਹੈ। ਜੇ ਪ੍ਰੋਟੋਨ ਇੱਕ ਨਹੀਂ ਹੈ ਤਾਂ ਉੱਥੇ ਹਾਈਡਰੋਜਨ ਐਟਮ ਜਿਹੜਾ ਗਾ ਉਹਦੀ ਪ੍ਰੋਬਲਮ ਆ ਜਾਣੀ ਆ।
ਤੇ ਫਿਰ ਆਪਾਂ ਇੱਕ ਉਹ ਲਾਈਮਨ ਸੀਰੀਜ਼, ਵਾਰਮਰ ਸੀਰੀਜ਼, ਪਾਸ਼ਨ, ਪੀ ਫੰਡ ਹੈ ਨਾ, ਬ੍ਰੈਕਟ ਸੀਰੀਜ਼, ਇਹ ਆਪਾਂ ਡਿਸਕਸ਼ਨ ਕਰਨੀਆਂ ਨੇ। ਇਹ ਆਊਗਾ ਪੁੱਤ ਉਹਦਾ, ਕਿਉਂਕਿ ਬੀ ਦੇ ਵਿੱਚ ਮੇਰਾ ਖਿਆਲ ਆ 3.45 ਦੇ ਵਿੱਚ, ਬਾਕੀ ਕਰਕੇ ਵੀ ਦੇਖ ਲਓ ਪੁੱਤ ਹੈ ਨਾ। 3.45 ਮਾਈਨਸ 0.54 ਕਰੋਗੇ ਤਾਂ ਕਿੰਨਾ ਬਣਦਾ ਹੈਗਾ? ਨਾ 3 ਹਾਂ 2.91 ਤੇ ਜਿਹੜਾ 0.85 ਕਰਕੇ ਦੇਖੋਗੇ ਜੇ 3.45 ਦੇ ਵਿੱਚੋਂ 0.85 ਕਰੋਗੇ ਤਾਂ ਉਹ ਵੈਲਿਊ ਜਿਹੜੀ ਬਣੂਗੀ ਮੇਰਾ ਖਿਆਲ 2.5 ਜਾਂ 2.6 ਦੇ ਨੇੜੇ ਬਣੂਗੀ। ਹੈਨਾ, ਤਾਂ 2.91 ਜਿਹੜਾ ਗਾ ਉਹ 0.54 ਤੇ 3.45 ਦੇ ਨਾਲ ਆ। ਠੀਕ ਹੈ ਨਾ, ਤਾਂ ਇਹ ਟ੍ਰਾਂਜੀਸ਼ਨ ਉਹਦੀ ਹੋਣੀ ਸੀਗੀ। ਠੀਕ ਹੈ ਨਾ, ਤਾਂ ਹੁਣ ਜਿਹੜਾ ਮੇਰਾ ਨੈਕਸਟ ਸੀਗਾ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਹਾਈਡਰੋਜਨ ਲਾਈਕ ਐਟਮ ਬਾਰੇ। ਤਾਂ ਹੁਣ ਥੋੜੀ ਜੀ ਆਪਾਂ ਨੂੰ ਚੇਂਜ ਕਰਨੀ ਪੈਣੀ ਹੈ। ਇਹ ਚੇਂਜ ਨੂੰ ਅਪਲਾਈ ਤੁਸੀਂ ਖੁਦ ਕਰਨਾਗਾ। ਚੇਂਜ ਨੂੰ ਅਪਲਾਈ ਕਿੱਥੇ ਕਰਨਾ, ਕਿਵੇਂ ਕਰਨਾ, ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ। ਆਪਾਂ ਬੋਹਰਜ਼ ਐਟੋਮਿਕ ਮਾਡਲ ਜਦੋਂ ਕੀਤਾ ਤਾਂ ਮੈਂ ਕਿਹਾ ਸੈਂਟਰੀਪੀਟਲ ਫੋਰਸ ਇਜ਼ ਬਿਕਾਜ਼ ਆਫ ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਇਲੈਕਟ੍ਰੋਨ ਐਂਡ ਪ੍ਰੋਟੋਨ। ਤੇ ਮੈਂ ਉੱਥੇ ਯਾਦ ਕਰੋ Q1 Q2 ਦੀ ਵੈਲਿਊ ਨੂੰ E ਪੁੱਟ ਕੀਤਾ ਸੀਗਾ। ਕਿਉਂ E ਪੁੱਟ ਕੀਤਾ? ਕਿਉਂਕਿ ਇਲੈਕਟ੍ਰੋਨ ਤਾਂ ਚਲੋ ਇੱਕੋ ਹੀ ਲੈਣਾ ਸੀ, ਪਰ ਹਾਈਡਰੋਜਨ ਦੇ ਨਿਊਕਲੀਅਸ ਕੋਲ ਇੱਕੋ ਹੀ ਪ੍ਰੋਟੋਨ ਸੀ। ਹੁਣ ਜੇ ਇੱਕ ਪ੍ਰੋਟੋਨ ਨਾ ਹੋਵੇ, ਉਹ ਹੀਲੀਅਮ ਆਇਨ ਹੋਵੇ, ਲੀਥੀਅਮ ਆਇਨ ਹੋਵੇ, ਤਾਂ ਹੀਲੀਅਮ ਆਇਨ, ਲੀਥੀਅਮ ਆਇਨ ਦੇ ਕੋਲ ਇਲੈਕਟ੍ਰੋਨ ਤਾਂ ਇੱਕ ਹੋਊਗਾ, ਰਾਈਟ, ਪਰ ਪ੍ਰੋਟੋਨ ਇੱਕ ਨਹੀਂ ਹੋਣਾ। ਤਾਂ ਇਹਦਾ ਮਤਲਬ ਉਹਨਾਂ ਕੋਲ ਐਟੋਮਿਕ ਨੰਬਰ ਡਿਫਰੈਂਟ ਹੋ ਗਿਆ। ਹੁਣ ਆਈ ਆਪਾਂ ਹੋਰ ਅੱਗੇ ਬੋਰੋਨ ਲਈ ਚਲੇ ਜਾਈਏ, ਠੀਕ ਹੈ, ਅੱਗੇ ਦੀ ਅੱਗੇ ਗੋਲਡ ਤੱਕ ਪਹੁੰਚ ਜਾਈਏ। ਤਾਂ ਹੁਣ ਇੰਨੀਆਂ ਕੈਲਕੂਲੇਸ਼ਨ ਤਾਂ ਆਪਾਂ ਕਰਨੋਂ ਰਹੇ ਵੀ ਮੈਂ ਹਰ ਇੱਕ ਦੇ ਲਈ ਅਲੱਗ-ਅਲੱਗ ਪੁੱਟ ਕਰੀ ਜਾਊਂਗਾ। ਤਾਂ ਜਿਹੜਾ ਮੇਰਾ ਕੁਐਸਚਨ ਆ, ਮਤਲਬ ਮੇਰਾ ਕਹਿਣ ਦਾ ਮਤਲਬ ਆ ਵੀ ਆ ਹੋ ਗਿਆ ਐਟਮ ਤੇ ਇਹਦੇ ਅੰਦਰ ਇਹ ਹੋ ਗਿਆ ਨਿਊਕਲੀਅਸ। ਤੇ ਨਿਊਕਲੀਅਸ ਦੇ ਕੋਲ ਜਿਹੜਾ ਚਾਰਜ ਹੋਊਗਾ ਪੋਜ਼ਿਟਿਵ, ਉਹਨੂੰ ਆਪਾਂ ZE ਲਿਖਾਂਗੇ। ਕਿਉਂ? ਕਿਉਂਕਿ Z ਇਜ਼ ਦਾ ਐਟੋਮਿਕ ਨੰਬਰ। ਠੀਕ ਹੈ, ਤਾਂ ਜਿੰਨੇ ਪ੍ਰੋਟੋਨ ਹੋਣਗੇ ਉਹਨਾਂ ਐਟੋਮਿਕ ਨੰਬਰ, E ਚਾਰਜ ਔਨ ਪ੍ਰੋਟੋਨ, ਤਾਂ Z into E ਇਹ ਆਪਣੇ ਕੋਲ ਕੀ ਆ ਜਾਊਗਾ? ਨਿਊਕਲੀਅਸ ਦਾ ਚਾਰਜ। ਤਾਂ ਇੱਕ ਵੈਲਿਊ ਨੂੰ ਤੁਸੀਂ ਇਹ ਪੁੱਟ ਕਰੋਗੇ ਤਾਂ ਤੁਸੀਂ ਇਹਨੂੰ Q2 ਪੁੱਟ ਕਰ ਲਓ ਤੇ Q1 ਕੌਣ ਆ? Q1 ਉਹੀ ਇਲੈਕਟ੍ਰੋਨ ਦਾ ਚਾਰਜ ਹੋ ਗਿਆ, ਤਾਂ Q1 is E। ਠੀਕ ਹੈ, ਤਾਂ ਆ ਜਿਹੜੀਆਂ ਦੋ ਵੈਲਿਊਜ਼ ਆਪਾਂ ਯੂਜ਼ ਕੀਤੀਆਂ ਨੇ, ਇਹ ਦੋਨੋਂ ਵੈਲਿਊਜ਼ ਮੈਂ ਕੂਲਮਜ਼ ਲਾਅ ਤੇ ਇੱਥੇ ਅਪਲਾਈ ਕਰ ਦੂੰਗਾ। ਤਾਂ ਕੀ ਆ ਜਾਊਗਾ? 1/4 ਪਾਈ ਐਪਸਿਲਨ ਨॉट Q1 Q2। ਤਾਂ ਦੇਖੋ ZE into E, ਤਾਂ ZE ਸਕੁਆਇਰ ਅਪॉन R ਸਕੁਆਇਰ। ਠੀਕ ਹੈ, ਇੱਕ R ਨਾਲ ਇੱਕ R ਕੈਂਸਲ ਆਊਟ ਹੋ ਗਿਆ। ਤਾਂ ਦੇਖੋ ਕੀ ਆ ਗਿਆ? MB ਸਕੁਆਇਰ is equal to ZE ਸਕੁਆਇਰ by 4 ਪਾਈ ਐਪਸਿਲਨ ਨॉट R। ਤਾਂ ਮਤਲਬ ਇਹ ਹੋ ਗਿਆ ਵੀ ਤੁਹਾਡੇ ਕੋਲ ਪਹਿਲਾ Z ਨਹੀਂ ਆਊਗਾ, ਜਿਹੜੇ ਲਾਸਟ ਪਹਿਲਾਂ ਵਾਲੇ ਕੁਐਸਚਨ ਸੀ। ਹੁਣ ਵਾਲੇ ਕੁਐਸਚਨ ਦੇ ਵਿੱਚ Z ਆਉਣਾ ਸ਼ੁਰੂ ਹੋ ਜਾਊਗਾ, ਬਸ ਇੰਨਾ ਫਰਕ ਆ। ਤਾਂ ਬਾਕੀ ਤਾਂ ਦੇਖੋ ਉਹੀ ਰਹੂਗਾ, Z ਨੂੰ ਛੱਡ ਕੇ ਆ ਉਹੀ E ਸਕੁਆਇਰ ਅਪॉन 4 ਪਾਈ ਐਪਸਿਲਨ ਨॉट R ਆ। ਹੁਣ MV ਸਕੁਆਇਰ ਦੇ ਵਿੱਚੋਂ ਆਪਾਂ ਐਂਗੂਲਰ ਮੋਮੈਂਟਮ ਦਾ ਜਿਹੜਾ ਇੰਟੀਗਰਲ ਮਲਟੀਪਲ ਵਾਲਾ ਫਾਰਮੂਲਾ ਉਹ ਅਪਲਾਈ ਕਰ ਦਾਂਗੇ, NH ਅਪॉन 2 ਪਾਈ। ਤਾਂ ਇੱਥੋਂ V ਕੱਢ ਲਾਂਗੇ ਉਮੀ ਸੇਮ, ਇਹਦੇ 'ਚ ਕੋਈ Z ਨਹੀਂ ਆਉਣਾ। ਤਾਂ V ਦੀ ਵੈਲਿਊ NH ਅਪॉन 2 ਪਾਈ MR ਆ ਗਈ, ਉਹ ਇੱਥੇ ਪੁੱਟ ਕਰ ਦਾਂਗੇ, ਤਾਂ R ਦੀ ਵੈਲਿਊ ਨਿਕਲ ਆਊਗੀ। ਠੀਕ ਹੈ, ਹੁਣ ਤੁਸੀਂ ਦੇਖਣਾਗਾ ਵੀ ਜਿਹੜਾ R ਦੀ ਵੈਲਿਊ ਆਊਗੀ, ਅੱਗੇ ਤਾਂ ਆਪਾਂ ਕਹਿੰਦੇ ਸੀ ਨਾ ਰੇਡੀਅਸ ਜਿਹੜਾ ਗਾ ਉਹ ਇਕੁਅਲ ਹੋਊਗਾ 0.53 N ਸਕੁਆਇਰ ਐਂਗਸਟ੍ਰੋਮ। ਹੁਣ 0.53 ਤਾਂ ਚਲੋ ਆਊਗਾ ਹੀ ਆਊਗਾ, ਕਿਉਂਕਿ ਤਾਂ ਬਾਕੀ ਕਾਂਸਟੈਂਟ ਨੇ। Z ਦੇਖਣਾ ਤੁਸੀਂ ਵੀ Z ਨਿਊਮਰੇਟਰ ਜਾਊਗਾ ਕਿ ਡਿਨੋਮੀਨੇਟਰ ਜਾਊਗਾ, ਕਿਉਂਕਿ Z ਨਾਲ ਇਨਕਲੂਡ ਹੋ ਗਿਆ। ਤਾਂ ਮੈਂ ਚਾਹੁੰਦਾ ਵੀ ਇਹ ਕੰਮ ਤੁਸੀਂ ਖੁਦ ਕਰ ਲਓ ਤਾਂ ਕਿ ਤੁਹਾਡੇ ਕੋਲ ਡੈਰੀਵੇਸ਼ਨ ਵੀ ਬਣ ਜੇ। ਠੀਕ ਹੈ, ਆਉਣੀ ਤਾਂ ਹੈ ਨਹੀਂ, ਪਰ ਤੁਹਾਨੂੰ ਯਾਦ ਰਹੂਗਾ ਫਿਰ ਵੀ ਹਾਈਡਰੋਜਨ ਲਾਈਕ ਐਟਮ ਦੇ ਲਈ ਇਹ ਕੈਲਕੂਲੇਸ਼ਨ ਕਿਵੇਂ ਕਰ ਸਕਦੇ ਹਾਂ।
ਸਮਝੇ ਮੇਰੀ ਗੱਲ। ਤਾਂ ਆ ਜਿਹੜੀ ਚੀਜ਼ ਆ ਤੁਸੀਂ ਉਹ ਇਨਕਲੂਡ ਕਰ ਲਓ ਹੁਣ ਵੀ ਤੁਸੀਂ ਖੁਦ ਸੋਲਵ ਕਰਨਾ। v ਦੀ ਵੈਲਿਊ ਇੱਥੋਂ ਪੁੱਟ ਕਰ ਲੈਣੀ ਆ NH/2πmr ਇਹਦੇ ਵਿੱਚ, ਤਾਂ ਉਹਦੇ ਨਾਲ r ਨਿਕਲ ਆਊਗਾ, z ਨਾਲ ਇਨਵੋਲਵ ਹੋ ਜਾਊਗਾ। ਠੀਕ ਹੈ, ਹੁਣ ਜੇ z ਇਹਦੇ ਨਾਲ, ਮੈਂ ਐਗਜ਼ਾਮਪਲ ਲੈਣਾ ਵੈਸੇ, ਜੇ z ਇਹਦੇ ਨਾਲ ਡਿਵਾਈਡ ਹੋ ਕੇ ਆਇਆ ਤਾਂ ਵੈਲੋਸਿਟੀ ਦੇ ਕੇਸ 'ਚ ਨਿਊਮਰੇਟਰ ਬਣੂਗਾ। ਠੀਕ ਹੈ, ਕਿਉਂਕਿ ਉਲਟ ਚੱਲਣਗੇ ਵੈਲੋਸਿਟੀ ਤੇ r ਇੱਕ ਦੂਜੇ ਦੇ ਦੇਖੋ ਉਲਟ ਨੇ, ਤਾਂ ਜੇ r ਦੇ ਵਿੱਚ z ਡਿਨੋਮੀਨੇਟਰ ਆ, ਠੀਕ ਹੈ, ਤਾਂ ਵੈਲੋਸਿਟੀ ਦੇ ਕੇਸ 'ਚ ਨਿਊਮਰੇਟਰ ਹੋਊਗਾ। ਤੇ ਨਾਲ ਇਹ ਵੀ ਦੇਖਣਾ ਕਿ z ਆਉਂਦਾ ਕਿ z ਸਕੁਅਰ ਆਉਂਦਾ। ਠੀਕ ਹੈ, ਇਹ ਕੰਮ ਤੁਸੀਂ ਕਰ ਲਓਗੇ ਤਾਂ ਮੈਨੂੰ ਥੋੜੀ ਜਿਹੀ ਤਸੱਲੀ ਹੋ ਜੂਗੀ ਵੀ ਹਾਂ ਇਹ ਤੁਸੀਂ ਡਨ ਕਰ ਲਿਆ, ਤਾਂ ਕਿ ਫਾਰਮੂਲਾ ਬਣ ਗਿਆ ਆਪਣੇ ਕੋਲ। ਠੀਕ ਹੈ, ਸਕਰੀਨਸ਼ਾਟ ਲੈ ਲਓ ਜੇ ਨਹੀਂ ਲਿਆ ਪਹਿਲਾਂ। ਓਕੇ, ਹੁਣ ਜਿਹੜਾ ਨੈਕਸਟ ਆਪਣੇ ਕੋਲ ਪਾਰਟ ਆ ਮੇਰੇ ਖਿਆਲ ਨਾਲ ਉਹ ਇਹੀ ਹੈਗਾ ਗਗਨ, ਵੀ ਤੁਸੀਂ ਤੁਹਾਡੇ ਕੋਲ ਹੈਗੀ ਆ ਉਹ ਬੁੱਕ ਅਰਿਹੰਤ ਦੀ? ਨਹੀਂ ਸਰ, ਮੇਰੇ ਕੋਲ ਅਰਿਹੰਤ ਦਾ ਹੈ ਨਹੀਂ। ਓਕੇ, ਚਲੋ ਹੈਗੀ ਆ ਆਪਣਾ ਅਰਿਹੰਤ ਜੋਬਨ ਕੋਲ ਹੈਗੀ ਆ। ਜੋਬਨ, ਉਹ ਤਾਂ ਤੂੰ ਐ ਕਰ, ਅਰਿਹੰਤ ਦੀ ਬੁੱਕ ਦੇ ਵਿੱਚੋਂ ਹਨਾ ਜਿਹੜੇ ਐਟਮ ਵਾਲੇ ਕੁਐਸਚਨ ਜੋ ਵੀ ਨੇ, ਕੱਲੇ ਐਟਮ ਵਾਲੇ, ਨਿਊਕਲੀਅਸ ਨੂੰ ਛੱਡ ਕੇ ਐਟਮ ਵਾਲੇ, ਉਹ ਸਾਰੇ ਕੁਐਸਚਨ ਫੋਟੋ ਭੇਜ ਦੇ, ਮੈਂ ਉਹਦੇ ਚ ਤੁਹਾਨੂੰ ਅੱਜ ਅਸਾਈਨ ਕਰ ਦਿੰਦਾ ਵੀ ਆਹ ਕੁਐਸਚਨ ਤੁਸੀਂ ਟਰਾਈ ਕਰਨੇ ਆ। ਠੀਕ ਹੈ, ਕਿਉਂਕਿ ਕੰਮ ਆਪਾਂ ਹਾਂ ਅੱਗਾ ਦੌੜ ਪਿੱਛਾ ਚੌੜ ਵਾਲਾ ਕੰਮ ਨਹੀਂ ਕਰਨਾ, ਮੈਨੂੰ ਪਤਾ ਇਹਦੇ ਚੋਂ ਕੁਐਸਚਨ ਆਉਣੇ ਆ, ਇਸ ਕਰਕੇ ਮੈਂ ਚਾਹਣਾ ਵੀ ਪਹਿਲਾਂ ਨਾਲ ਆਪਾਂ ਇਹ ਡਨ ਕਰ ਲਈਏ। ਠੀਕ ਹੈ।